ਅੱਜ ਆਪਾਂ ਸਤਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਰਾਏ ਸਾਹਿਬ ਜੀ ਦਾ ਪਾਵਨ ਪ੍ਰਕਾਸ਼ ਦਿਵਸ ਮਨਾ ਰਹੇ ਹਾਂ, ਜੋ ਆਪ ਸਭ ਸੰਗਤ ਨੂੰ ਮੁਬਾਰਕ ਹੋਵੇ। ਅੱਜ ਆਪ ਜੀ ਦੇ ਨਾਲ ਮੈਂ ਇਹ 3 ਪੁਆਇੰਟਸ ਤੇ ਗੱਲ ਕਰਨੀ ਹੈ। ਗੁਰੂ ਸਾਹਿਬ ਜੀ ਦੇ ਪ੍ਰਕਾਸ਼ ਬਾਰੇ, ਉਹਨਾਂ ਦਾ ਪਰਿਵਾਰ, ਫਿਰ ਦੂਜੇ ਨੰਬਰ ਤੇ ਗੁਰੂ ਰਾਮਦਾਸ ਮਹਾਰਾਜ ਜੀ ਦੇ ਬਚਨ ਤੁਹਾਡੇ ਨਾਲ ਸਾਂਝੇ ਕਰਨੇ ਨੇ। ਆਪ ਜੀ ਨੂੰ ਇਹ ਪਤਾ ਹੀ ਹੋਏਗਾ ਕਿ ਸ੍ਰੀ ਗੁਰੂ ਹਰਿਰਾਏ ਸਾਹਿਬ ਜੀ ਨੇ ਗੁਰਬਾਣੀ ਦਾ ਉਚਾਰਨ ਨਹੀਂ ਕੀਤਾ। ਇਸ ਲਈ ਮੈਂ ਗੁਰੂ ਰਾਮਦਾਸ ਮਹਾਰਾਜ ਜੀ ਦਾ ਇੱਕ ਬਚਨ ਤੁਹਾਡੇ ਨਾਲ ਸਾਂਝਾ ਕਰਨਾ ਹੈ। ਤੀਸਰੇ ਨੰਬਰ ਤੇ ਜਿਸ ਦਿਨ ਗੁਰੂ ਹਰਿਰਾਏ ਸਾਹਿਬ ਜੀ ਨੂੰ ਗੁਰਿਆਈ ਦੀ ਜ਼ਿੰਮੇਵਾਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਬਖਸ਼ਿਸ਼ ਕੀਤੀ, ਉਸ ਪਹਿਲੇ ਦਿਨ ਗੁਰੂ ਹਰਿਰਾਏ ਸਾਹਿਬ ਜੀ ਨੇ ਸੰਗਤ ਨਾਲ ਕੁਝ ਬਚਨ ਕੀਤੇ ਸਨ, ਜੋ ਇਤਿਹਾਸ ਵਿੱਚ ਸੰਭਾਲੇ ਹੋਏ ਮਿਲਦੇ ਨੇ। ਆਪਾਂ ਕੁਝ ਬਚਨ ਗੁਰੂ ਹਰਿਰਾਏ ਸਾਹਿਬ ਜੀ ਦੇ ਸਾਂਝੇ ਕਰਾਂਗੇ। ਪਹਿਲਾਂ ਆਪਾਂ ਪ੍ਰਕਾਸ਼ ਬਾਰੇ ਸਮਝਦੇ ਹਾਂ। ਜਿਸ ਦਿਨ ਉਹਨਾਂ ਦਾ ਪ੍ਰਕਾਸ਼ ਹੋਇਆ ਕੀਰਤਪੁਰ ਸਾਹਿਬ ਵਿਖੇ, ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਅੰਮ੍ਰਿਤਸਰ ਸਾਹਿਬ ਸਨ। ਉਹਨਾਂ ਨੂੰ ਖਬਰ ਮਿਲੀ ਕਿ ਤੁਹਾਡੇ ਗ੍ਰਹਿ ਪੋਤਰੇ ਦਾ ਜਨਮ ਹੋਇਆ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਕੀਰਤਪੁਰ ਸਾਹਿਬ ਆਏ। ਛੋਟੇ ਬਾਲਕ ਦਾ ਦਰਸ਼ਨ ਕਰਕੇ ਆਖਿਆ, ਇਹ ਵੱਡੀ ਵਸਤੂ ਦਾ ਗਾਹਕ ਆਇਆ ਹੈ। ਤੇ ਆਪਾਂ ਨੂੰ ਇਹ ਤਾਂ ਪਤਾ ਹੀ ਹੈ ਕਿ ਗੁਰੂ ਘਰ ਦੇ ਅੰਦਰ ਸਭ ਤੋਂ ਵੱਡੀ ਵਸਤੂ ਕੀ ਹੈ। ਉਹ ਹੈ ਗੁਰੂ ਨਾਨਕ ਸਾਹਿਬ ਦੇ ਘਰ ਦੀ ਜ਼ਿੰਮੇਵਾਰੀ, ਜਿਸ ਨੂੰ ਆਪਾਂ ਗੁਰਗੱਦੀ ਵੀ ਆਖਦੇ ਹਾਂ, ਗੁਰਿਆਈ ਵੀ ਆਖਦੇ ਹਾਂ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਬਚਨਾਂ ਤੋਂ ਸਪਸ਼ਟ ਸੀ ਕਿ ਇਹ ਜਿਸ ਬਾਲਕ ਨੇ ਜਨਮ ਲਿਆ ਹੈ, ਇਹ ਗੁਰੂ ਨਾਨਕ ਸਾਹਿਬ ਦੇ ਘਰ ਦਾ ਜ਼ਿੰਮੇਵਾਰ ਹੋਏਗਾ, ਭਾਵ ਇਹ ਗੁਰੂ ਪਦਵੀ ਨੂੰ ਪ੍ਰਾਪਤ ਹੋਵੇਗਾ। ਗੁਰੂ ਹਰਿਰਾਏ ਸਾਹਿਬ ਜੀ ਦਾ ਜਨਮ ਜਾਂ ਪ੍ਰਕਾਸ਼ 16 ਜਨਵਰੀ 1630 ਈਸਵੀ ਨੂੰ ਕੀਰਤਪੁਰ ਸਾਹਿਬ ਵਿਖੇ ਹੋਇਆ। ਜੋ ਆਪਣਾ ਨਾਨਕਸ਼ਾਹੀ ਕੈਲੰਡਰ ਹੈ ਪੁਰੇਵਾਲ ਵਾਲਾ, ਉਹਨਾਂ ਨੇ ਇਸ ਨੂੰ ਜਨਵਰੀ 31 19 ਮਾਘ ਬਣਾਇਆ ਹੋਇਆ ਹੈ। ਆਪਾਂ ਨੂੰ ਕੈਲੰਡਰ ਬਾਰੇ ਕੋਈ ਜਾਣਕਾਰੀ ਨਹੀਂ, ਇਹ ਉਹਨਾਂ ਨੇ ਜਿਵੇਂ ਵੀ ਬਣਾਇਆ ਹੈ ਉਹਨਾਂ ਨੂੰ ਪਤਾ ਹੋਏਗਾ। ਗੁਰੂ ਹਰਿਰਾਏ ਸਾਹਿਬ ਜੀ ਦੇ ਪਿਤਾ ਜੀ ਸਨ ਬਾਬਾ ਗੁਰਦਿੱਤਾ ਜੀ। ਬਾਬਾ ਗੁਰਦਿੱਤਾ ਜੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਵੱਡੇ ਸਪੁੱਤਰ ਸਨ। ਗੁਰੂ ਹਰਿਰਾਏ ਸਾਹਿਬ ਜੀ ਦੇ ਮਾਤਾ ਜੀ ਸਨ ਨਿਹਾਲ ਕੌਰ। ਗੁਰੂ ਹਰਿਰਾਏ ਸਾਹਿਬ ਛੋਟੀ ਉਮਰ ਤੋਂ ਹੀ, ਜਿਵੇਂ ਆਪਾਂ ਸਮਝ ਹੀ ਲਿਆ ਕਿ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਆਖਿਆ ਸੀ, ਇਹ ਵੱਡੀ ਵਸਤੂ ਦਾ ਗਾਹਕ ਆਇਆ ਹੈ। ਉਹ ਛੋਟੀ ਉਮਰ ਤੋਂ ਹੀ ਬੜੇ ਪ੍ਰਭੂ ਦੀ ਭਗਤੀ ਵਿੱਚ ਲੀਨ ਰਹਿੰਦੇ ਸਨ, ਨਾਮ ਸਿਮਰਨ ਵਿੱਚ ਜੁੜੇ ਰਹਿੰਦੇ। ਬੱਚਿਆਂ ਦੀ ਤਰ੍ਹਾਂ ਇੱਧਰ ਉੱਧਰ ਦੌੜਦੇ ਭੱਜਦੇ ਨਹੀਂ ਸਨ, ਬੱਚਿਆਂ ਵਰਗੀਆਂ ਖੇਡਾਂ ਨਹੀਂ ਸਨ ਖੇਡਦੇ। ਹਰ ਵਕਤ ਜਾਂ ਤੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਕੋਲ ਬੈਠੇ ਰਹਿੰਦੇ ਤੇ ਜਾਂ ਫਿਰ ਇਕਾਂਤ ਵਿੱਚ ਇਕੱਲੇ ਪ੍ਰਭੂ ਭਗਤੀ ਵਿੱਚ ਜੁੜੇ ਰਹਿੰਦੇ। ਪ੍ਰਿੰਸੀਪਲ ਸਤਬੀਰ ਸਿੰਘ ਲਿਖਦੇ ਨੇ ਕਿ ਜਦੋਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੰਗਤ ਵਿੱਚ ਬੈਠ ਕੇ
ਕਥਾ ਵਾਰਤਾ ਜਾਂ ਬਚਨ ਬਿਲਾਸ ਕਰਿਆ ਕਰਦੇ ਸਨ, ਉਦੋਂ ਬਾਲਕ ਹਰ ਰਾਏ ਸਾਹਿਬ ਜੀ ਨੂੰ ਭਾਵ ਆਪਣੇ ਪੋਤਰੇ ਨੂੰ ਆਪਣੇ ਕੋਲ ਬਿਠਾ ਕੇ ਰੱਖਿਆ ਕਰਦੇ ਸਨ। ਸੋ ਇਸ ਢੰਗ ਨਾਲ ਗੁਰੂ ਹਰ ਰਾਏ ਸਾਹਿਬ ਜੀ ਦੀ ਪਰਵਰਿਸ਼ ਹੋਈ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜਦੋਂ ਜੋਤੀ ਜੋਤ ਸਮਾਉਣ ਦਾ ਉਹਨਾਂ ਦਾ ਸਮਾਂ ਆਇਆ, ਉਹਨਾਂ ਨੇ ਆਪਣੇ ਪੋਤਰੇ ਗੁਰੂ ਹਰ ਰਾਏ ਸਾਹਿਬ ਜੀ ਨੂੰ 3 ਮਾਰਚ 1644 ਈਸਵੀ ਨੂੰ ਗੁਰਿਆਈ ਦੀ ਜ਼ਿੰਮੇਵਾਰੀ ਸੌਂਪੀ। ਉਦੋਂ ਗੁਰੂ ਹਰ ਰਾਏ ਸਾਹਿਬ ਦੀ ਉਮਰ ਸਿਰਫ 14 ਸਾਲਾਂ ਦੀ ਸੀ। ਆਪ ਜੀ ਲਗਭਗ 17 ਸਾਲ ਗੁਰਿਆਈ ਦੀ ਜ਼ਿੰਮੇਵਾਰੀ ਨੂੰ ਨਿਭਾਉਂਦੇ ਰਹੇ। ਆਪ ਜੀ ਜੋਤੀ ਜੋਤ ਸਮਾਏ 6 ਅਕਤੂਬਰ 1661 ਈਸਵੀ ਨੂੰ। ਉਹਨਾਂ ਦੀ ਕੁੱਲ ਉਮਰ ਜਿਹੜੀ ਉਹ 31 ਸਾਲ ਬਣਦੀ ਇਸ ਹਿਸਾਬ ਨਾਲ। ਸੋ ਗੁਰੂ ਹਰ ਰਾਏ ਸਾਹਿਬ ਜੀ ਨੇ ਜੋ ਉਹਨਾਂ ਦਾ ਗੁਰੂ ਕਾਲ 17 ਸਾਲਾਂ ਦਾ ਉਹ ਬਾਖੂਬੀ ਨਿਭਾਇਆ। ਗੁਰੂ ਹਰ ਰਾਏ ਸਾਹਿਬ ਜੀ ਦੇ ਕੋਲ ਜੋ 6ਵੇਂ ਪਾਤਸ਼ਾਹ ਮਹਾਰਾਜ ਜੀ ਨੇ ਇੱਕ ਫੌਜੀ ਟੁਕੜੀ ਬਣਾਈ ਸੀ, ਇਤਿਹਾਸ ਕਹਿੰਦਾ ਕਿ ਉਹ 2200 ਘੋੜ ਸਵਾਰ ਸਨ ਫੌਜੀ ਲੋਕ। ਉਹ ਗੁਰੂ ਹਰ ਰਾਏ ਸਾਹਿਬ ਮਹਾਰਾਜ ਦੇ ਕੋਲ ਰਹੇ। ਕੁਛ ਪੈਦਲ ਸੈਨਾ ਸੀ, ਉਹ ਵੀ ਗੁਰੂ ਹਰ ਰਾਏ ਸਾਹਿਬ ਜੀ ਦੇ ਕੋਲ ਰਹੇ। ਪਰ ਇਹਨਾਂ 17 ਸਾਲਾਂ ਵਿੱਚ ਗੁਰੂ ਜੀ ਨੂੰ ਇਹ ਜ਼ਰੂਰਤ ਨਹੀਂ ਪਈ ਕਿ ਉਹ ਕਿਤੇ ਆਪਣੀ ਫੌਜ ਨੂੰ ਲੈ ਕੇ ਮੈਦਾਨੇ ਜੰਗ ਵਿੱਚ ਉਤਰਨ। ਉਹਨਾਂ ਨੂੰ ਜ਼ਰੂਰਤ ਨਹੀਂ ਪਈ। ਇਸ ਲਈ ਉਹ ਜੰਗਾਂ ਯੁੱਧਾਂ ਦੇ ਸਮੇਂ ਤੋਂ ਇੱਕ ਪਾਸੇ ਬੈਠ ਕੇ ਉਹਨਾਂ ਨੇ ਸਾਰੀ ਸੰਗਤ ਨੂੰ ਭਜਨ ਬੰਦਗੀ ਵਿੱਚ ਜੋੜਿਆ, ਗੁਰਬਾਣੀ ਨਾਲ ਜੋੜਿਆ। ਸਿੱਖ ਸੰਗਤ ਨੂੰ ਕਈ ਸਾਰੇ ਉਹਨਾਂ ਨੇ ਉਪਦੇਸ਼ ਦਿੱਤੇ। ਆਪਾਂ ਥੋੜ੍ਹਾ ਅੱਗੇ ਚੱਲ ਕੇ ਸਮਝਣ ਦੀ ਕੋਸ਼ਿਸ਼ ਕਰਦੇ ਹਾਂ। ਦੂਜੇ ਨੰਬਰ ਤੇ ਆਪਾਂ ਸਮਝਣਾ ਗੁਰੂ ਰਾਮਦਾਸ ਮਹਾਰਾਜ ਜੀ ਦੇ ਪਵਿੱਤਰ ਬਚਨ। ਉਹਨਾਂ ਨੇ ਗੁਰੂ ਦੇ ਸੰਬੰਧ ਵਿੱਚ ਇਹ ਬਚਨ ਲਿਖੇ ਨੇ। ਉਹਨਾਂ ਨੇ ਫਰਮਾਇਆ, ਮਨ ਸਤਿਗੁਰ ਸ਼ਰਨ ਧਿਆਵੈ ਗੋ। ਜਿਹੜਾ ਵੀ ਮਨੁੱਖ ਗੁਰੂ ਦੀ ਸੰਗਤ ਵਿੱਚ ਆ ਜਾਏਗਾ, ਭਾਵੇਂ ਉਹ ਗੁਰੂ ਹਰ ਰਾਏ ਸਾਹਿਬ ਹੋਣ, ਗੁਰੂ ਹਰਕ੍ਰਿਸ਼ਨ ਸਾਹਿਬ ਹੋਣ, ਜਿਨ੍ਹਾਂ ਨੇ 5 ਸਾਲ ਦੀ ਉਮਰ ਵਿੱਚ ਗੁਰਿਆਈ ਦੀ ਜ਼ਿੰਮੇਵਾਰੀ ਨੂੰ ਸੰਭਾਲਿਆ ਸੀ। ਗੁਰੂ ਦੀ ਸ਼ਰਨ ਵਿੱਚ ਕੋਈ ਵੀ ਆਦਮੀ ਆਵੇ, ਉਹਦਾ ਮਨ ਅਕਾਲ ਪੁਰਖ ਵਾਹਿਗੁਰੂ ਨੂੰ ਧਿਆਉਣ ਯੋਗ ਬਣ ਜਾਂਦਾ ਹੈ। ਵੈਸੇ ਆਪਾਂ ਜਿਹੜੇ ਆਮ ਸੰਸਾਰੀ ਲੋਕ ਆ, ਆਪਾਂ ਨੂੰ ਇਹਨਾਂ ਚੀਜ਼ਾਂ ਦੇ ਵਖਰੇਵੇਂ ਦਾ ਹੀ ਨਹੀਂ ਪਤਾ। ਜਪ ਕਿਹਨੂੰ ਕਹਿੰਦੇ ਨੇ, ਸਿਮਰਨ ਕਿਹਨੂੰ ਆਖਦੇ ਨੇ, ਤੇ ਧਿਆਉਣਾ ਇਹ ਕੀ ਹੁੰਦਾ ਹੈ। ਪਰ ਜਦੋਂ ਆਪਾਂ ਗੁਰੂ ਦੀ ਸੰਗਤ ਵਿੱਚ ਆਉਂਦੇ ਆ ਤੇ ਆਪਾਂ ਨੂੰ ਇਹ ਸਾਰੇ ਭੇਦ ਸਮਝ ਆਉਣੇ ਸ਼ੁਰੂ ਹੋ ਜਾਂਦੇ ਨੇ। ਜਪ ਕਿਵੇਂ ਕਰਨਾ ਹੈ, ਸਿਮਰਨ ਕਿਵੇਂ ਕਰਨਾ ਹੈ, ਤੇ ਧਿਆਨ ਕਿਵੇਂ ਧਰਨਾ ਹੈ। ਪਰ ਗੁਰੂ ਰਾਮਦਾਸ ਮਹਾਰਾਜ ਜੀ ਫਰਮਾਉਂਦੇ ਨੇ ਕਿ ਕੋਈ ਵੀ ਦੁਨੀਆ ਦਾ ਮਨੁੱਖ ਗੁਰੂ ਦੀ ਸੰਗਤ ਵਿੱਚ, ਗੁਰੂ ਦੀ ਸ਼ਰਨ ਵਿੱਚ ਆ ਜਾਏ, ਉਹਦਾ ਮਨ ਪਰਮੇਸ਼ਵਰ ਨੂੰ ਧਿਆਉਣ ਦੇ ਯੋਗ ਬਣ ਜਾਂਦਾ ਹੈ। ਅੱਗੇ ਉਹਨਾਂ ਨੇ ਇੱਕ ਬੜੀ ਕਮਾਲ ਦੀ ਉਦਾਹਰਨ ਲਈ ਹੈ। ਲੋਹਾ ਹਿਰਨ ਹੋਵੈ ਸੰਗ ਪਾਰਸ, ਗੁਣ ਪਾਰਸ ਕੋ ਹੋਏ ਆਵੈ ਗੋ। ਇੱਕ ਕਲਪਿਤ ਪੱਥਰ ਮੰਨਿਆ ਜਾਂਦਾ। ਹੋ ਸਕਦਾ ਕਿਤੇ ਸੱਚਾਈ ਕਿਸੇ ਸਮੇਂ ਰਹੀ ਹੋਵੇਗੀ, ਕਿਉਂਕਿ ਦੁਨੀਆ ਕੋਈ ਅੱਜ ਤੇ ਨਹੀਂ ਨਾ ਬਣੀ ਕਿ ਸਾਨੂੰ ਸਾਰੀਆਂ ਗੱਲਾਂ ਦਾ ਪਤਾ ਹੈ। ਕਰੋੜਾਂ ਵਰ੍ਹੇ ਪਹਿਲਾਂ ਤੋਂ ਇਹ ਵਾਹਿਗੁਰੂ ਜੀ ਨੇ ਸ੍ਰਿਸ਼ਟੀ ਸਾਜੀ। ਇਹਦੇ ਵਿੱਚ ਪਤਾ ਨਹੀਂ ਕੀ ਕੁਝ ਹੋ ਗੁਜ਼ਰਿਆ ਹੈ, ਜਿਹਦੀ ਸਾਨੂੰ ਕੋਈ ਸਮਝ ਨਹੀਂ। ਸਾਨੂੰ ਤੇ ਅੱਜ ਦੀ ਵੀ ਸਮਝ ਨਹੀਂ ਅੱਜ ਕੀ ਕੁਝ ਹੋ ਰਿਹਾ ਇਸ ਪੂਰੀ ਧਰਤੀ ਤੇ, ਇਸ ਬ੍ਰਹਿਮੰਡ ਦੇ ਅੰਦਰ। ਪਰ ਇਹ ਕਰੋੜਾਂ ਸਾਲਾਂ ਤੋਂ ਬਣੀ ਹੋਈ ਸ੍ਰਿਸ਼ਟੀ, ਉਹਦੇ ਬਾਰੇ ਸਾਨੂੰ ਜਾਣਕਾਰੀ ਨਹੀਂ। ਇਸ ਲਈ ਵਿਦਵਾਨ ਸੱਜਣ ਕਹਿ ਦਿੰਦੇ ਨੇ ਇਹ ਕਲਪਿਤ ਪੱਥਰ ਹੈ। ਲੋਹਾ
ਹਿਰਨ ਹੋਵੇ ਸੰਗ ਪਾਰਸ। ਪਾਰਸ ਦੀ ਸੰਗਤ ਵਿੱਚ ਆ ਕੇ ਜਿਵੇਂ ਲੋਹਾ ਸੋਨੇ ਦਾ ਰੂਪ ਧਾਰਨ ਕਰ ਜਾਂਦਾ ਜਾਂ ਸੋਨਾ ਬਣ ਜਾਂਦਾ ਹੈ, ਤਿਵੇਂ ਗੁਣ ਪਾਰਸ ਕੋ ਹੋਏ ਆਵੇ ਗੋ। ਉਸ ਲੋਹੇ ਦੇ ਅੰਦਰ ਪਾਰਸ ਦਾ ਗੁਣ ਆ ਜਾਂਦਾ ਜੇ ਉਹਦੇ ਨਾਲ ਛੂਹ ਜਾਏ ਤਾਂ। ਇਸੇ ਤਰ੍ਹਾਂ ਜਿਹੜੇ ਮਨੁੱਖ ਦੀ ਸੁਰਤ, ਜਿਹੜੇ ਮਨੁੱਖ ਦਾ ਮਨ ਗੁਰੂ ਦੀ ਬਾਣੀ ਨਾਲ, ਗੁਰੂ ਦੀ ਵਿਚਾਰਧਾਰਾ ਨਾਲ, ਗੁਰੂ ਦੇ ਸ਼ਬਦ ਨਾਲ ਛੂਹ ਜਾਏਗਾ, ਸਪਰਸ਼ ਕਰ ਜਾਏਗਾ, ਜਿਵੇਂ ਪਾਰਸ ਨੂੰ ਸਪਰਸ਼ ਕਰਨ ਨਾਲ ਲੋਹੇ ਵਿੱਚ ਪਾਰਸ ਵਾਲਾ ਗੁਣ ਆ ਜਾਂਦਾ ਹੈ, ਇਸੇ ਤਰ੍ਹਾਂ ਸਿੱਖ ਦੀ ਸੁਰਤ ਵਿੱਚ ਗੁਰੂ ਵਾਲਾ ਗੁਣ ਆ ਜਾਂਦਾ ਹੈ। ਜਿਵੇਂ ਗੁਰੂ ਵਾਹਿਗੁਰੂ ਨਾਲ ਜੁੜਿਆ ਹੋਇਆ ਹੈ, ਇਸੇ ਤਰ੍ਹਾਂ ਗੁਰੂ ਦਾ ਸਿੱਖ ਵੀ ਪਰਮਾਤਮਾ ਨਾਲ ਜੁੜਨ ਦੀ ਸਮਰੱਥਾ ਹਾਸਲ ਕਰ ਲੈਂਦਾ ਹੈ ਗੁਰੂ ਦੀ ਸ਼ਰਨ ਵਿੱਚ ਆ ਕੇ। ਅੱਗੇ ਗੁਰੂ ਰਾਮਦਾਸ ਮਹਾਰਾਜ ਜੀ ਨੇ ਆਖਿਆ, ਉੱਤੇ ਤੇ ਉਦਾਹਰਣ ਲਈ ਉਹਨਾਂ ਨੇ ਪਾਰਸ ਦੀ। ਹੁਣ ਕਹਿੰਦੇ ਨੇ ਸਤਿਗੁਰ ਮਹਾਂਪੁਰਖ ਹੈ ਪਾਰਸ। ਜਿਹੜਾ ਸਤਿਗੁਰੂ ਹੈ ਨਾ, ਉਹ ਇੱਕ ਵੱਡਾ ਤੇ ਮਹਾਨ ਵਿਅਕਤੀ ਹੈ, ਮਹਾਨ ਪੁਰਸ਼ ਹੈ, ਪਰ ਉਹ ਇੱਕ ਤਰ੍ਹਾਂ ਨਾਲ ਪਾਰਸ ਹੈ। ਜੋ ਲਾਗੈ ਸੋ ਫਲ ਪਾਵੈਗੋ। ਜਿਹੜਾ ਇਸ ਗੁਰੂ ਰੂਪ ਪਾਰਸ ਦੇ ਨਾਲ ਜੁੜ ਜਾਏਗਾ, ਉਹਨੂੰ ਬਹੁਤ ਵੱਡਾ ਮਹਾਨ ਫਲ ਪ੍ਰਾਪਤ ਹੋਵੇਗਾ। ਉਹ ਫਲ ਕੀ ਪ੍ਰਾਪਤ ਹੋਣਾ ਹੈ? ਜਿਵੇਂ ਪਾਰਸ ਨਾਲ ਜੁੜ ਕੇ ਲੋਹਾ ਸੋਨਾ ਬਣ ਜਾਂਦਾ ਹੈ, ਇਸੇ ਤਰ੍ਹਾਂ ਗੁਰੂ ਨਾਲ ਜੁੜ ਕੇ ਗੁਰੂ ਦਾ ਸਿੱਖ ਗੁਰੂ ਬਣ ਜਾਂਦਾ ਹੈ, ਗੁਰੂ ਦਾ ਰੂਪ ਬਣ ਜਾਂਦਾ ਹੈ। ਇਹ ਗੁਣ ਹੈ ਗੁਰੂ ਦੇ ਵਿੱਚ। ਤੁਸੀਂ ਆਖੋਗੇ ਗੁਰੂ ਦਾ ਸਿੱਖ ਗੁਰੂ ਕਿਵੇਂ ਬਣ ਜਾਂਦਾ ਹੈ? ਤੇ ਅਨਹੋਣੀ ਜਿਹੀ ਗੱਲ ਏ। ਪਰ ਤੁਹਾਨੂੰ ਪਤਾ ਹੋਣਾ ਚਾਹੀਦਾ, ਭਾਈ ਲਹਿਣਾ ਕੋਈ ਜਨਮ ਤੋਂ ਗੁਰੂ ਨਹੀਂ ਸੀ। ਉਹ ਗੁਰੂ ਦੀ ਸ਼ਰਨ ਵਿੱਚ ਆਏ, ਗੁਰੂ ਦੀ ਸੰਗਤ ਕੀਤੀ ਲਗਭਗ 7 ਸਾਲ। ਸੰਗਤ ਕਰਨ ਦੇ ਨਾਲ ਉਹਨਾਂ ਵਿੱਚ ਗੁਰੂ ਨਾਨਕ ਸਾਹਿਬ ਵਾਲੇ ਗੁਣ ਆ ਗਏ ਤੇ ਅਖੀਰ ਜਦੋਂ ਗੁਰੂ ਨਾਨਕ ਸਾਹਿਬ ਜੀ ਨੇ ਜੋਤੀ ਜੋਤ ਸਮਾਉਣਾ ਸੀ, ਉਹਨਾਂ ਨੇ ਭਾਈ ਲਹਿਣਾ ਜੀ ਨੂੰ ਆਪਣੇ ਸਥਾਨ ਤੇ ਬਿਠਾ ਕੇ ਸਾਰੀ ਗੁਰਬਾਣੀ ਦੇ ਸ਼ਬਦ ਜਾਂ ਪੋਥੀਆਂ ਦੇ ਕੇ ਉਹਨਾਂ ਦੇ ਅੱਗੇ ਆਪਣਾ ਸਿਰ ਝੁਕਾਇਆ ਸੀ, ਉਹਨਾਂ ਨੂੰ ਗੁਰੂ ਬਣਾ ਦਿੱਤਾ ਸੀ। ਸੋ ਇਸ ਤਰ੍ਹਾਂ ਸਿੱਖ ਗੁਰੂ ਦੀ ਸੰਗਤ ਵਿੱਚ ਆ ਕੇ ਗੁਰੂ ਦਾ ਰੂਪ ਹੋ ਜਾਂਦਾ ਹੈ। ਜਿਸ ਤਰ੍ਹਾਂ ਪਾਰਸ ਦੀ ਸੰਗਤ ਵਿੱਚ ਆ ਕੇ ਲੋਹਾ ਪਾਰਸ ਵਾਲੇ ਗੁਣ ਨੂੰ ਧਾਰਨ ਕਰ ਲੈਂਦਾ ਹੈ, ਇਸ ਤਰ੍ਹਾਂ। ਸੋ ਇਹ ਗੁਰੂ ਸਾਹਿਬ ਦੇ, ਗੁਰੂ ਰਾਮਦਾਸ ਮਹਾਰਾਜ ਜੀ ਦੇ ਪਾਵਨ ਬਚਨ ਹਨ। ਅਖੀਰਲਾ ਉਹਨਾਂ ਦਾ ਬਚਨ ਹੈ, ਜਿਉਂ ਗੁਰ ਉਪਦੇਸ਼ ਤਰੇ ਪ੍ਰਹਿਲਾਦਾ, ਗੁਰ ਸੇਵਕ ਪੈਜ ਰਖਾਵੇ ਗੋ। ਜਿਵੇਂ ਪ੍ਰਹਿਲਾਦ ਆਦਿਕ ਜਿਹੜੇ ਭਗਤ ਹੋਏ ਨੇ, ਜਿਵੇਂ ਧਰੂ ਭਗਤ, ਪ੍ਰਹਿਲਾਦ ਭਗਤ, ਕਬੀਰ ਜੀ, ਨਾਮਦੇਵ ਜੀ ਇਤਿਆਦਿਕ, ਉਹਨਾਂ ਨੇ ਆਪਣੇ ਆਪਣੇ ਗੁਰੂ ਦੇ ਉਪਦੇਸ਼ ਨੂੰ ਸੁਣ ਕੇ ਉਸ ਦੀ ਕਮਾਈ ਕੀਤੀ। ਕਮਾਈ ਕਰਨ ਤੋਂ ਬਿਨਾਂ ਗੱਲ ਬਣਦੀ ਨਹੀਂ। ਅਸੀਂ ਸਾਰੀ ਉਮਰ ਵੀ ਮੱਥੇ ਟੇਕੀ ਜਾਈਏ ਤੇ ਸ਼ਾਇਦ ਅਸੀਂ ਉਸ ਮੁਕਾਮ ਤੇ ਨਾ ਪਹੁੰਚ ਸਕੀਏ। ਪਰ ਮੈਂ ਇਹ ਨਹੀਂ ਕਹਿੰਦਾ ਕਿ ਆਪਾਂ ਮੱਥਾ ਨਹੀਂ ਟੇਕਣਾ ਜਾਂ ਕੋਈ ਇਹ ਮਾੜੀ ਚੀਜ਼ ਆਪਾਂ ਕਰਨੇ ਆ, ਇਹ ਨਹੀਂ ਕਹਿ ਰਿਹਾ ਮੈਂ ਕਹਿ ਰਿਹਾ ਕਿ ਸਾਡੇ ਵਿੱਚ ਗੁਰੂ ਵਾਲੇ ਗੁਣ ਓਨਾ ਚਿਰ ਨਹੀਂ ਆ ਸਕਦੇ ਜਿੰਨਾ ਚਿਰ ਆਪਣੀ ਸੁਰਤ ਸ਼ਬਦ ਨਾਲ ਨਹੀਂ ਜੁੜਦੀ। ਮੱਥਾ ਅਸੀਂ ਜ਼ਮੀਨ ਤੇ ਟੇਕਦੇ ਹਾਂ, ਗੁਰੂ ਨੂੰ ਟੇਕਦੇ ਹਾਂ, ਗੁਰੂ ਸ਼ਬਦ ਨੂੰ ਟੇਕਦੇ ਹਾਂ, ਪਰ ਮੱਥਾ ਟੇਕਣ ਨਾਲ ਸਾਡੀ ਸੁਰਤ ਸ਼ਬਦ ਨਾਲ ਨਹੀਂ ਜੁੜਦੀ। ਸ਼ਬਦ ਨਾਲ ਜੁੜਨੀ ਹੈ, ਸ਼ਬਦ ਦੀ ਕਮਾਈ ਕਰਿਆ, ਸ਼ਬਦ ਦਾ ਜਪ ਕਰਿਆ, ਸ਼ਬਦ ਦਾ ਸਿਮਰਨ ਕਰਿਆ, ਫਿਰ ਸ਼ਬਦ ਦਾ ਧਿਆਨ ਕਰਿਆ। ਧਿਆਨ ਅਤੀ ਜ਼ਰੂਰੀ ਹੈ। ਧਿਆਨ ਤੀਜੀ ਅਵਸਥਾ ਹੈ ਗੁਰਮੁਖ ਦੀ, ਜਿਹੜੇ ਪਰਮਾਤਮਾ ਨਾਲ ਜੁੜਦੇ ਨੇ। ਪਹਿਲੀ ਅਵਸਥਾ ਜਪ, ਦੂਜੀ ਅਵਸਥਾ ਸਿਮਰਨ, ਤੀਜੀ ਅਵਸਥਾ ਧਿਆਨ ਤੇ ਚੌਥੀ ਅਵਸਥਾ ਸਮਾਧੀ ਦੀ ਬਣਦੀ ਹੈ।
ਸੋ ਜਦੋਂ ਸਮਾਧੀ ਅਵਸਥਾ ਵਿੱਚ ਗੁਰੂ ਦਾ ਸਿੱਖ ਜਾਂਦਾ ਹੈ, ਉਦੋਂ ਉਹਦੇ ਵਿੱਚ ਗੁਰੂ ਵਾਲੇ ਗੁਣ ਆ ਜਾਂਦੇ ਨੇ। ਉਸ ਤੋਂ ਪਹਿਲਾਂ ਅਸੀਂ ਜੋ ਕੁਝ ਕਰਨੇ ਆ ਸਭ ਭਲਾ ਏ, ਚੰਗਾ ਏ, ਪਰ ਸਾਨੂੰ ਗੁਰੂ ਦੇ ਸ਼ਬਦ ਦੀ ਕਮਾਈ ਕਰਨ ਦੀ ਜ਼ਰੂਰਤ ਏ। ਇਹ ਸਾਨੂੰ ਕਰਨੀ ਚਾਹੀਦੀ ਹੈ। ਗੁਰੂ ਜੀ ਨੇ ਆਖਿਆ, ਜਿਸ ਤਰ੍ਹਾਂ ਪ੍ਰਹਿਲਾਦ ਆਦਿਕ ਭਗਤਾਂ ਨੇ ਆਪਣੇ ਆਪਣੇ ਗੁਰੂ ਦੇ ਉਪਦੇਸ਼ ਦੀ ਕਮਾਈ ਕੀਤੀ ਤੇ ਉਹਨਾਂ ਦੀ ਪੈਜ ਉਹਨਾਂ ਦੇ ਗੁਰੂ ਨੇ ਪਰਮਾਤਮਾ ਨੇ ਰੱਖੀ, ਇਸੇ ਤਰ੍ਹਾਂ ਜਿਹੜਾ ਸਿੱਖ ਆਪਣੇ ਗੁਰੂ ਦੇ ਉਪਦੇਸ਼ ਦੀ ਕਮਾਈ ਕਰੇਗਾ, ਗੁਰ ਸੇਵਕ ਪੈਜ ਰਖਾਵੈ ਗੋ। ਗੁਰੂ ਆਪਣੇ ਸੇਵਕ ਦੀ ਇੱਜ਼ਤ ਜ਼ਰੂਰ ਰੱਖੇਗਾ। ਭਾਵੇਂ ਆਪਾਂ ਅਜੇ ਕੋਈ ਬਹੁਤ ਚੰਗੇ ਸਿੱਖ ਨਹੀਂ ਬਣ ਪਾਏ, ਮੈਂ ਆਪਣੀ ਗੱਲ ਕਰਦਾ, ਤੁਹਾਡੀ ਨਹੀਂ। ਅਸੀਂ ਸਾਰੇ ਮਨੁੱਖ ਭੁੱਲਣਹਾਰ ਤੇ ਹਾਂ ਹੀ। ਅਸੀਂ ਕੋਈ ਦਾਅਵਾ ਨਹੀਂ ਕਰ ਸਕਦੇ ਕਿ ਮੈਂ 4 ਕਿਤਾਬਾਂ ਪੜ੍ਹ ਲਈਆਂ ਤੇ ਹੁਣ ਮੈਂ ਭੁੱਲਾਂਗਾ ਨਹੀਂ, ਹੁਣ ਮੇਰੇ ਤੋਂ ਕੋਈ ਗਲਤੀ ਨਹੀਂ ਹੋਵੇਗੀ। ਐਸਾ ਨਹੀਂ ਹੋ ਸਕਦਾ। ਅਸੀਂ ਸਾਰੀ ਦੁਨੀਆ ਦੇ ਸਾਰੇ ਲੋਕ ਭੁੱਲਣ ਵਿੱਚ ਹਾਂ। ਭੁੱਲਣ ਵਿੱਚ ਕੀਆ ਸਭ ਕੋਈ, ਕਰਤਾ ਆਪ ਨਾ ਭੁੱਲੈ। ਗੁਰੂ ਨਹੀਂ ਭੁੱਲਦਾ, ਕਰਤਾ ਵਾਹਿਗੁਰੂ ਨਹੀਂ ਭੁੱਲਦਾ। ਅਸੀਂ ਜਿੰਨੇ ਲੋਕ ਹਾਂ, ਅਸੀਂ ਭੁੱਲਣ ਵਿੱਚ ਹਾਂ। ਪਰ ਜਦੋਂ ਅਸੀਂ ਭੁੱਲਾਂ ਕਰਕੇ, ਗਲਤੀਆਂ ਕਰਕੇ, ਅਵੱਗਿਆ ਕਰਕੇ ਗੁਰੂ ਕੋਲ ਆਉਂਦੇ ਹਾਂ, ਹੱਥ ਜੋੜ ਕੇ ਮਾਫੀ ਮੰਗਦੇ ਹਾਂ ਤੇ ਇਹ ਕਹਿੰਦੇ ਹਾਂ, ਸਤਿਗੁਰੂ ਜੀ, ਭਾਵੇਂ ਮੇਰੇ ਇਹਨਾਂ ਮੰਦੇ ਕਰਮਾਂ ਦਾ ਲੋਕਾਂ ਨੂੰ ਨਹੀਂ ਪਤਾ, ਪਰ ਤੁਹਾਨੂੰ ਤੇ ਸਾਰੀ ਜਾਣਕਾਰੀ ਹੈ। ਮੇਰੇ ਦੱਸਣ ਤੋਂ ਬਿਨਾਂ ਵੀ ਤੁਹਾਨੂੰ ਪਤਾ ਹੈ, ਪਰ ਮੈਂ ਤੁਹਾਨੂੰ ਦੱਸਣਾ ਚਾਹੁੰਦਾ, ਮੈਂ ਆਹ ਗਲਤੀ ਕੀਤੀ ਹੈ ਤੇ ਮੇਰੀ ਇੱਜ਼ਤ ਰੱਖਣਾ। ਗੁਰੂ ਰਾਮਦਾਸ ਮਹਾਰਾਜ ਦੇ ਪਵਿੱਤਰ ਬਚਨ ਨੇ, ਗੁਰ ਸੇਵਕ ਪੈਜ ਰਖਾਵੈ ਗੋ। ਗੁਰੂ ਆਪਣੇ ਸੇਵਕ ਦੀ ਪੈਜ ਹਰ ਹਾਲਤ ਵਿੱਚ ਰੱਖਦੇ ਨੇ। ਇਸ ਲਈ ਆਪਾਂ ਜਿੰਨੇ ਵੀ ਲੋਕ ਇੱਥੇ ਗੁਰੂ ਘਰ ਵਿੱਚ ਬੈਠੇ ਹਾਂ, ਜਾਂ ਜਿਹੜੇ ਭੈਣ ਭਰਾ ਬਾਅਦ ਵਿੱਚ ਇਸ ਵਿਚਾਰ ਨੂੰ ਸੁਣਨਗੇ, ਭਾਈ ਆਪਣੇ ਆਪਣੇ ਅੰਦਰ ਨੂੰ ਆ ਕੇ ਗੁਰੂ ਕੋਲ ਖੋਲ ਦਿਆ ਕਰੋ ਵੀ ਗੁਰੂ ਜੀ, ਜਿਵੇਂ ਦਾ ਮੈਂ ਬਾਹਰੋਂ ਲੱਗਦਾ ਪਿਆ, ਮੈਂ ਇਸ ਤਰ੍ਹਾਂ ਦਾ ਹੈ ਨਹੀਂ ਹਾਂ। ਅੰਦਰ ਮੇਰੇ ਕੁਝ ਹੋਰ ਚੱਲ ਰਿਹਾ ਹੈ, ਤੁਹਾਨੂੰ ਪਤਾ ਹੈ, ਪਰ ਮੈਂ ਫਿਰ ਵੀ ਤੁਹਾਨੂੰ ਦੱਸਣਾ ਚਾਹੁੰਦਾ। ਆਪਣਾ ਅੰਦਰ ਇੱਥੇ ਆ ਕੇ ਖੋਲ ਦਿਆ ਕਰੋ ਗੁਰੂ ਦੇ ਸਾਹਮਣੇ, ਗੁਰੂ ਦੇ ਨਾਲ, ਤੇ ਗੁਰੂ ਸਾਡੀ ਪੈਜ ਰੱਖੇਗਾ, ਸਾਡੀ ਬੌੜੀ ਕਰੇਗਾ। ਇਹ ਬਚਨ ਨੇ ਗੁਰੂ ਰਾਮਦਾਸ ਮਹਾਰਾਜ ਜੀ ਦੇ। ਨੰਬਰ 3, ਕੁਝ ਬਚਨ ਮੈਂ ਗੁਰੂ ਹਰਿ ਰਾਏ ਸਾਹਿਬ ਜੀ ਦੇ ਤੁਹਾਡੇ ਨਾਲ ਸਾਂਝੇ ਕਰਨਾ ਚਾਹੁੰਦਾ। ਜਦੋਂ ਉਹਨਾਂ ਨੇ ਗੁਰਿਆਈ ਗੱਦੀ ਦੀ ਜ਼ਿੰਮੇਵਾਰੀ ਸੰਭਾਲੀ ਤੇ ਪਹਿਲੇ ਦਿਨ ਉਹਨਾਂ ਨੇ ਜਿਹੜੇ ਬਚਨ ਸਿੱਖ ਸੰਗਤਾਂ ਨਾਲ ਕੀਤੇ, ਉਹਨਾਂ ਵਿੱਚੋਂ ਕਾਫੀ ਸਾਰੇ ਬਚਨ ਨੇ। ਮੈਂ 3-4 ਬਚਨ ਤੁਹਾਡੇ ਨਾਲ ਸਾਂਝੇ ਕਰਨੇ ਨੇ ਟਾਈਮ ਦੇ ਵਿੱਚ ਰਹਿ ਕੇ। ਉਹਨਾਂ ਦਾ ਪਹਿਲਾ ਬਚਨ ਸੀ, ਸਿੱਖ ਸੰਗਤ ਨੂੰ ਵਿਸ਼ਵਾਸ ਦੇ ਘਰ ਰਹੋ। ਇਹਨੂੰ ਸਮਝਣ ਦੀ ਕੋਸ਼ਿਸ਼ ਕਰਨਾ। ਵਿਸ਼ਵਾਸ ਜਿਹੜਾ, ਇਹਦਾ ਮਤਲਬ ਹੁੰਦਾ ਭਰੋਸਾ, ਦ੍ਰਿੜਤਾ ਮਨ ਦੀ। ਸਾਡੀ ਜ਼ਿੰਦਗੀ ਦੇ ਵਿੱਚ ਜੀਵਨ ਜਿਉਂਦਿਆਂ ਬੜੇ ਉਤਰਾਅ ਚੜ੍ਹਾਅ ਆਉਂਦੇ ਨੇ। ਗਰੀਬੀ ਵੀ ਆਉਣੀ ਹੈ, ਅਮੀਰੀ ਵੀ ਆਉਣੀ ਹੈ, ਸਾਨੂੰ ਦੁੱਖ ਵੀ ਆਉਣੇ ਨੇ, ਸੁੱਖ ਵੀ ਆਉਣੇ ਨੇ, ਖੁਸ਼ੀਆਂ ਵੀ ਆਉਣੀਆਂ ਨੇ, ਗਮੀਆਂ ਵੀ ਆਉਣੀਆਂ ਨੇ। ਜਦੋਂ ਸਾਡੇ ਤੇ ਕਿਸੇ ਪ੍ਰਕਾਰ ਦਾ ਮਾੜਾ ਸਮਾਂ, ਜਿਸ ਨੂੰ ਆਪਾਂ ਕਹਿੰਦੇ ਹਾਂ, ਵੈਸੇ ਸਮਾਂ ਕੋਈ ਮਾੜਾ ਨਹੀਂ ਹੁੰਦਾ, ਲੇਕਿਨ ਆਪਾਂ ਜਿਹੜੀਆਂ ਚੀਜ਼ਾਂ ਆਪਾਂ ਨੂੰ ਪਸੰਦ ਨਹੀਂ, ਆਪਾਂ ਉਹਨਾਂ ਨੂੰ ਮਾੜਾ ਕਹਿ ਕੇ ਅੱਗੇ ਲੰਘਦੇ ਹਾਂ। ਪਰ ਜਦੋਂ ਵੀ ਆਪਾਂ ਵੇਖੀਏ ਸਾਡੇ ਤੇ ਕੋਈ ਇਸ ਤਰ੍ਹਾਂ ਦਾ ਮਾੜਾ ਸਮਾਂ ਆਇਆ ਹੈ, ਤੇ ਗੁਰੂ ਹਰਿ ਰਾਏ ਸਾਹਿਬ ਨੇ ਆਖਿਆ ਸੀ ਵਿਸ਼ਵਾਸ ਦੇ ਘਰ ਵਿੱਚ ਰਹਿਣਾ, ਜਿਹਦਾ ਮਤਲਬ ਸੀ ਆਪਣੇ ਗੁਰੂ ਤੇ ਪਰਮਾਤਮਾ ਤੇ ਪੂਰਨ ਭਰੋਸਾ ਰੱਖਣਾ ਕਿ ਜੇ ਅੱਜ ਆ ਮਾੜੇ ਦਿਨ ਵੇਖਣ ਨੂੰ ਮਿਲੇ ਨੇ, ਇਹ ਸਦਾ ਨਹੀਂ ਰਹਿਣੇ, ਇਹ ਚਲੇ ਜਾਣੇ ਨੇ। ਕਦੀ ਰਾਤ ਪੈਂਦੀ ਹੈ ਤੇ ਉਹ ਸਦਾ ਨਹੀਂ ਰਹੀ ਕਿਸੇ ਦੇ ਸਿਰ ਉੱਤੇ। 12 ਘੰਟਿਆਂ ਬਾਅਦ ਰਾਤ ਨੇ ਗੁਜ਼ਰ ਹੀ ਜਾਣਾ ਹੈ। ਹਰ ਹਾਲਤ ਵਿੱਚ ਨਵਾਂ ਦਿਨ ਚੜ੍ਹਨਾ ਹੈ, ਨਵਾਂ ਦਿਨ ਆਏਗਾ ਸਾਡੀ ਜ਼ਿੰਦਗੀ ਵਿੱਚ। ਇਸੇ ਤਰ੍ਹਾਂ ਜ਼ਿੰਦਗੀ ਵਿੱਚ ਗਰੀਬੀ ਆ ਜਾਏ, ਜ਼ਿੰਦਗੀ ਵਿੱਚ ਦੁੱਖ ਤਕਲੀਫ ਆ ਜਾਏ,
ਗਰੀਬੀ ਬਿਮਾਰੀ ਆ ਜਾਏ, ਕੁਝ ਮਾੜਾ ਹੋ ਜਾਏ, ਆਪਣੇ ਗੁਰੂ ਪਰਮੇਸ਼ਵਰ ਤੇ ਵਿਸ਼ਵਾਸ ਪੱਕਾ ਰੱਖਣਾ ਕਿ ਇਹ ਸਮਾਂ ਮੇਰੇ ਤੋਂ ਅੱਗੇ ਲੰਘ ਜਾਏਗਾ, ਮੇਰੇ ਤੇ ਵੀ ਚੰਗਾ ਵਕਤ ਜ਼ਰੂਰ ਆਏਗਾ। ਗੁਰੂ ਹਰ ਰਾਏ ਸਾਹਿਬ ਨੇ ਪਹਿਲਾ ਬਚਨ ਆਖਿਆ ਸੀ, ਵਿਸ਼ਵਾਸ ਰੱਖਿਆ ਜੇ। ਤੇ ਕੇਵਲ ਵਿਸ਼ਵਾਸ ਹੀ ਨਹੀਂ ਰੱਖਣਾ, ਗੁਰੂ ਜੀ ਨੇ ਆਖਿਆ ਕਾਮ ਕ੍ਰੋਧ ਦੇ ਨੇੜੇ ਨਾ ਜਾਇਆ ਜੇ। ਆਪਾਂ ਸਾਰੇ ਜਣੇ ਆਪਣੇ ਆਪਣੇ ਅੰਦਰ ਝਾਤੀ ਮਾਰ ਕੇ ਵੇਖਣਾ ਹੈ ਕਿ ਆਪਾਂ ਇਹ ਜਿਹੜਾ ਕਾਮ ਤੇ ਕ੍ਰੋਧ ਦੋ ਸ਼ਬਦ ਨੇ, ਵੈਸੇ ਇਹ 5 ਵਿਕਾਰ ਨੇ, ਇੱਥੇ ਉਹਨਾਂ ਨੇ 2 ਸ਼ਬਦ ਲਏ ਨੇ। ਤੇ ਗੁਰਬਾਣੀ ਵਿੱਚ ਜਾਂ ਹਿਸਟਰੀ ਵਿੱਚ ਜਦੋਂ ਇਹ 2 ਸ਼ਬਦ ਇਕੱਠੇ ਲਏ ਜਾਣ, ਇਹਨਾਂ ਦਾ ਭਾਵ ਉਹ 5 ਵਿਕਾਰ ਹੀ ਹੁੰਦਾ ਹੈ। ਇਹਦਾ ਮਤਲਬ ਹੈ ਕਾਮ ਕ੍ਰੋਧ ਲੋਭ ਮੋਹ ਅਹੰਕਾਰ ਦੇ ਨੇੜੇ ਨਾ ਜਾਇਆ ਜੇ। ਆਪਾਂ ਸਾਰੇ ਜਣੇ ਭਲਾ ਵੇਖੀਏ ਤਾਂ ਸਹੀ, ਭਲਾ ਸਾਨੂੰ ਕ੍ਰੋਧ ਆਉਂਦਾ ਹੈ ਕਿ ਨਹੀਂ। ਅਸੀਂ ਛੋਟੀ ਛੋਟੀ ਗੱਲ ਤੇ ਆਪਣੇ ਪਰਿਵਾਰ ਵਿੱਚ ਝਗੜਾ ਕਰਦੇ ਹਾਂ ਕਿ ਨਹੀਂ। ਅਸੀਂ ਆਪਣੇ ਕੰਮ ਤੇ ਉੱਚਾ ਨੀਵਾਂ ਬੋਲਦੇ ਹਾਂ ਕਿ ਨਹੀਂ। ਇਹ ਚੀਜ਼ਾਂ ਆਪਾਂ ਆਪ ਵੇਖਣੀਆਂ ਨੇ, ਕਿਸੇ ਨੇ ਨਹੀਂ ਵੇਖ ਕੇ ਸਾਨੂੰ ਦੱਸਣਾ ਕਿ ਤੇਰੇ ਅੰਦਰ ਕ੍ਰੋਧ ਆਉਂਦਾ ਹੈ ਕਿ ਨਹੀਂ। ਆਪਾਂ ਆਪ ਵੇਖਣਾ ਹੈ। ਜੇ ਸਾਡੀ ਬਿਰਤੀ ਕਾਮ ਵਾਸਨਾ ਵਾਲੀ ਬਣਦੀ ਹੈ ਤੇ ਉਹ ਵੀ ਆਪਾਂ ਆਪ ਹੀ ਵੇਖਣੀ ਹੈ, ਕਿਸੇ ਨੇ ਨਹੀਂ ਦੱਸਣਾ। ਗੁਰੂ ਜੀ ਨੇ ਆਖਿਆ ਸੀ ਕਾਇਆਂ ਨੂੰ ਇਹ ਗਾਲਦੇ ਹਨ। ਇਹ ਜਿਹੜੇ ਵਿਕਾਰ ਨੇ ਇਹ ਸਾਡੇ ਸਰੀਰ ਦੇ ਅੰਦਰ ਕਈ ਪ੍ਰਕਾਰ ਦੇ ਰੋਗ ਪੈਦਾ ਕਰਦੇ ਨੇ। ਜਦੋਂ ਅਸੀਂ ਕ੍ਰੋਧ ਵਾਲੀ ਅਵਸਥਾ ਵਿੱਚ ਹੁੰਦੇ ਹਾਂ, ਸਾਨੂੰ ਨਹੀਂ ਪਤਾ ਕਿ ਸਾਡੇ ਅੰਦਰ ਕਿੰਨੇ ਕੈਮੀਕਲ ਜਿਹੜੇ ਰਿਐਕਸ਼ਨ ਗਲਤ ਕਰਦੇ ਨੇ ਤੇ ਸਾਡੇ ਸਰੀਰ ਦੇ ਅੰਦਰ ਵੱਡੇ ਵੱਡੇ ਰੋਗ ਪੈਦਾ ਹੋ ਜਾਂਦੇ ਨੇ। ਸੋ ਕਾਮ ਕ੍ਰੋਧ ਦੇ ਨੇੜੇ ਨਾ ਜਾਣਾ। ਗੁਰੂ ਮਹਾਰਾਜ ਨੇ ਬਾਣੀ ਵਿੱਚ ਬਚਨ ਲਿਖੇ ਨੇ, ਕਾਮ ਕ੍ਰੋਧ ਕਾਇਆ ਕੋ ਗਾਲੈ, ਜਿਉ ਕੰਚਨ ਸੁਹਾਗਾ ਟਲ। ਜੇ ਤੁਸੀਂ ਕਦੀ ਸੁਨਿਆਰੇ ਦੀ ਦੁਕਾਨ ਤੇ ਗਏ ਹੋਵੋ ਤੇ ਜਦੋਂ ਸੋਨੇ ਨੂੰ ਢਾਲਦੇ ਨੇ, ਕੁਠਾਲੀ ਵਿੱਚ ਪਾ ਕੇ ਗਰਮ ਕਰਦੇ ਨੇ, ਪਿਘਲਾਉਂਦੇ ਨੇ, ਉਹਦੇ ਵਿੱਚ ਕੈਮੀਕਲ ਪਾਉਂਦੇ ਨੇ, ਉਹਨੂੰ ਸੁਹਾਗਾ ਕਹਿੰਦੇ ਨੇ। ਉਹ ਸੁਹਾਗਾ ਪਾ ਦਈਏ ਤੇ ਜਿਹੜਾ ਸੋਨਾ ਹੈ ਛੇਤੀ ਨਾਲ ਢਲ ਜਾਂਦਾ ਹੈ। ਇਸੇ ਤਰ੍ਹਾਂ ਇਹ ਕਾਮ ਕ੍ਰੋਧ ਜਿਵੇਂ ਸੁਹਾਗਾ ਪਾਉਣ ਦੇ ਨਾਲ ਸੋਨਾ ਛੇਤੀ ਨਾਲ ਢਲ ਜਾਂਦਾ ਹੈ, ਇਸੇ ਤਰ੍ਹਾਂ ਇਹ ਕਾਮ ਅਤੇ ਕ੍ਰੋਧ ਜਾਂ ਸਾਰੇ ਵਿਕਾਰ ਸਾਡੇ ਸਰੀਰ ਨੂੰ ਅੰਦਰੋਂ ਖੋਰਾ ਲਾ ਦਿੰਦੇ ਨੇ। ਸਾਨੂੰ ਕਈ ਪ੍ਰਕਾਰ ਦੇ ਰੋਗ ਲੱਗਦੇ ਨੇ। ਗੁਰੂ ਜੀ ਨੇ ਆਖਿਆ ਸੀ ਇਹਨਾਂ ਵਿਕਾਰਾਂ ਦੇ ਨੇੜੇ ਨਾ ਜਾਣਾ। ਤੀਜਾ ਬਚਨ ਹੈ ਉਹਨਾਂ ਦਾ, ਆਤਮ ਵਿਦਿਆ ਪ੍ਰਾਪਤ ਕਰਨਾ। ਅਸੀਂ ਦੁਨਿਆਵੀ ਵਿਦਿਆ ਤੇ ਬਹੁਤ ਪ੍ਰਾਪਤ ਕਰ ਲਈਏ, ਕਰ ਰਹੇ ਹਾਂ, ਕਰਦੇ ਰਹਾਂਗੇ, ਪਰ ਆਤਮ ਵਿਦਿਆ ਬਾਰੇ ਕੀ ਵਿਚਾਰ ਨੇ ਤੁਹਾਡੇ? ਆਤਮ ਵਿਦਿਆ ਦਾ ਮਤਲਬ ਹੁੰਦਾ ਹੈ ਆਪਣੇ ਆਪੇ ਬਾਰੇ ਪੜ੍ਹਨਾ, ਜੋ ਕਿਤਾਬਾਂ 'ਚੋਂ ਨਹੀਂ ਪੜ੍ਹਿਆ ਜਾਂਦਾ। ਆਪਣੇ ਆਪੇ ਬਾਰੇ ਸਾਨੂੰ ਕੋਈ ਟੀਚਰ ਨਹੀਂ ਦੱਸ ਸਕਦਾ। ਆਪਣੇ ਆਪੇ ਬਾਰੇ ਆਪਾਂ ਖੁਦ ਪੜ੍ਹਨਾ ਹੈ। ਤੇ ਪੜ੍ਹਨਾ ਕਿਹਨੂੰ ਹੈ? ਕਿਤਾਬਾਂ ਨੂੰ ਨਹੀਂ, ਆਪਣੇ ਅੰਦਰਲੇ ਨੂੰ। ਇਹਨੂੰ ਕਹਿੰਦੇ ਨੇ ਆਤਮ ਵਿਦਿਆ। ਤੇ ਇਹ ਜਿਹੜੀ ਆਤਮ ਵਿਦਿਆ ਹੈ ਇਹ ਆਉਂਦੀ ਹੈ ਜਪ ਸਿਮਰਨ ਦੁਆਰਾ। ਜਦੋਂ ਆਪਾਂ ਜਪ ਕਰਦੇ ਹਾਂ ਕਿਸੇ ਸ਼ਬਦ ਦਾ, ਉਦੋਂ ਸਾਡਾ ਧਿਆਨ ਇਕਾਗਰ ਹੋਣਾ ਸ਼ੁਰੂ ਹੁੰਦਾ ਹੈ। ਜਿਵੇਂ ਜਿਵੇਂ ਧਿਆਨ ਇਕਾਗਰ ਹੋਵੇਗਾ ਤਿਵੇਂ ਤਿਵੇਂ ਸਾਨੂੰ ਆਪਣੇ ਆਪੇ ਦੀ ਸਮਝ ਆਉਣ ਲੱਗੇਗੀ ਕਿ ਮੇਰੇ ਅੰਦਰ ਕਾਮ ਵਾਸਨਾ, ਮੇਰੇ ਅੰਦਰ ਕ੍ਰੋਧ, ਮੇਰੇ ਅੰਦਰ ਲੋਭ ਮੋਹ ਹੰਕਾਰ ਕਿੱਥੋਂ ਤੱਕ ਇਹਨਾਂ ਨੇ ਮੇਰੇ ਤੇ ਗਲਬਾ ਪਾਇਆ ਹੋਇਆ ਹੈ। ਇਹ ਉਦੋਂ ਸਮਝ ਆਉਣੀ ਹੈ ਜਦੋਂ ਆਪਾਂ ਜਪ ਸਾਧਨਾ ਕਰਨ ਲੱਗੇ, ਮਨ ਇਕਾਗਰ ਹੋਣ ਲੱਗੇਗਾ ਤੇ ਇਹ ਸਮਝ ਆਉਣੀ ਸ਼ੁਰੂ ਹੋ ਜਾਏਗੀ ਮੇਰੇ ਅੰਦਰ ਇਹ ਵਿਕਾਰ ਕਿੱਥੇ ਕਿੱਥੇ, ਕਿਹੜੇ ਕਿਹੜੇ ਟਿਕੇ ਹੋਏ ਨੇ, ਇਹ ਕਿਵੇਂ ਮੈਨੂੰ ਪਰੇਸ਼ਾਨ ਕਰਦੇ ਨੇ। ਇਹ ਫਿਰ ਸਾਨੂੰ ਉਦੋਂ ਸਮਝ ਆਉਂਦੀ ਹੈ ਜਦੋਂ ਅਸੀਂ ਆਤਮ ਵਿਦਿਆ ਗ੍ਰਹਿਣ ਕਰਦੇ ਹਾਂ। ਸੋ ਆਤਮ ਵਿਦਿਆ ਗ੍ਰਹਿਣ ਕਰਨ ਦੀ ਸ਼ੁਰੂਆਤ ਕਿੱਥੋਂ ਹੁੰਦੀ ਹੈ? ਸਤ ਸੰਗਤ ਵਿੱਚੋਂ। ਜਿੰਨਾ ਚਿਰ ਆਪਾਂ ਸਤ ਸੰਗਤ ਵਿੱਚ ਆ ਕੇ ਨਹੀਂ ਬੈਠਦੇ, ਉਹਨਾਂ ਚਿਰ ਸਾਨੂੰ ਆਤਮ ਵਿਦਿਆ ਦੀ ਸਮਝ ਹੀ ਨਹੀਂ ਆਉਂਦੀ ਕਿ ਆਤਮ ਵਿਦਿਆ ਕਹਿੰਦੇ ਕਿਹਨੂੰ ਨੇ। ਸੋ ਗੁਰੂ ਜੀ ਦਾ ਤੀਸਰਾ ਬਚਨ ਹੈ, ਆਤਮ ਵਿਦਿਆ ਭਾਈ ਪ੍ਰਾਪਤ ਕਰੋ। ਆਤਮ ਵਿਦਿਆ ਪ੍ਰਾਪਤ ਕਿੱਥੋਂ ਹੋਣੀ ਹੈ?
ਗੁਰੂ ਜੀ ਨੇ ਆਖਿਆ ਸੰਤਾਂ ਦੀ ਸੰਗਤ ਢੂੰਡ ਕੇ ਵੀ ਕਰੋ। ਦੇਖੋ ਸੰਸਾਰ ਦੇ ਅੰਦਰ ਬਹੁਤ ਸਾਰੇ ਲੋਕ ਨੇ, ਉਹਨਾਂ ਵਿੱਚ ਸੰਤ ਸਾਧੂ ਵੀ ਬੜੇ ਹੀ ਨੇ। ਅਸੀਂ ਹੁਣ ਕਿੱਥੋਂ ਸੰਤ ਸਾਧੂ ਲੱਭਦੇ ਫਿਰਾਂਗੇ ਕਿ ਕਿਹਦੀ ਸੰਗਤ ਕਰੀਏ ਕਿਹਦੀ ਨਾ ਕਰੀਏ। ਆਪਣੇ ਕੋਲ 35 ਸਾਧੂ ਨੇ, 35 ਮਹਾਂਪੁਰਸ਼ ਨੇ ਗੁਰੂ ਗ੍ਰੰਥ ਸਾਹਿਬ ਦੇ ਰੂਪ ਵਿੱਚ, ਸ਼ਬਦ ਦੀ ਵਿਚਾਰਧਾਰਾ ਦੇ ਰੂਪ ਵਿੱਚ। ਆਪਾਂ ਇਹਨਾਂ ਦੀ ਸੰਗਤ ਕਰੀਏ। ਹਾਂ, ਕਦੀ ਕੋਈ ਸਾਧੂ ਸੰਤ ਸਹਿ ਸੁਭਾਏ ਕਿਤੇ ਨੇੜੇ ਤੇੜੇ ਸੰਗਤ ਵਿੱਚ ਆਇਆ ਤੁਹਾਨੂੰ ਮਿਲ ਜਾਏ, ਉਹਦੀ ਸੰਗਤ ਵੀ ਜ਼ਰੂਰ ਕਰਨੀ ਚਾਹੀਦੀ ਹੈ, ਮਾੜੀ ਗੱਲ ਨਹੀਂ। ਗੁਰੂ ਸਾਹਿਬ ਜੀ ਨੇ ਬਚਨ ਲਿਖੇ ਨੇ, ਭਾਗ ਪੂਰਾ ਤਿੰਨ ਜਾਗਿਆ, ਜਪਿਆ ਨਿਰੰਕਾਰ, ਸਾਧੂ ਸੰਗਤ ਲੱਗਿਆ ਤਰਿਆ ਸੰਸਾਰ। ਜਿਹੜੇ ਜਿਹੜੇ ਲੋਕ ਸਾਧੂਆਂ ਦੀ ਸੰਗਤ ਵਿੱਚ ਜੁੜ ਬੈਠਦੇ ਨੇ, ਉਹਨਾਂ ਦੇ ਅੰਦਰੋਂ ਕਾਮ ਕ੍ਰੋਧ ਆਦਿਕ ਜਿਹੜੇ ਵਿਸ਼ੇ ਵਿਕਾਰ ਨੇ ਉਹ ਸ਼ਾਂਤ ਹੋ ਜਾਂਦੇ ਨੇ। ਉਹਨਾਂ ਨੂੰ ਆਤਮ ਵਿਦਿਆ ਦੀ ਸਮਝ ਆ ਜਾਂਦੀ ਹੈ ਸਾਧੂਆਂ ਦੀ ਸੰਗਤ ਵਿੱਚ ਬੈਠ ਕੇ। ਇਸ ਲਈ ਭਾਈ ਗੁਰਮੁਖੋ, ਸਾਧੂਆਂ ਦੀ ਸੰਗਤ, ਸਤ ਸੰਗਤ, ਗੁਰੂਆਂ ਦੀ ਸੰਗਤ, ਗੁਰਦੁਆਰੇ ਦੇ ਅੰਦਰ ਸੰਗਤ, ਇਹ ਸੰਗਤ ਜ਼ਰੂਰ ਕਰਿਆ ਕਰੋ। ਸੰਗਤ ਕਰਨ ਤੋਂ ਬਿਨਾਂ ਗੱਲ ਬਣਨੀ ਨਹੀਂ। ਅਖੀਰਲਾ ਬਚਨ ਹੈ ਗੁਰੂ ਮਹਾਰਾਜ ਦਾ, ਸੰਸਾਰ ਪਾਰ ਕਰਨ ਦਾ ਜਹਾਜ਼ ਸਾਧ ਸੰਗਤ ਹੈ। ਅਸੀਂ ਪੜ੍ਹਦੇ ਹਾਂ ਦੋਹਰਾ ਅਰਦਾਸ ਤੋਂ ਬਾਅਦ, ਵਾਹਿਗੁਰੂ ਨਾਮ ਜਹਾਜ਼ ਹੈ ਚੜ੍ਹੇ ਸੋ ਉਤਰੇ ਪਾਰ। ਇਹ ਵਾਹਿਗੁਰੂ ਨਾਮ ਜਹਾਜ਼ ਕਿਵੇਂ ਬਣ ਜਾਂਦਾ ਹੈ, ਇਹਦੀ ਸਮਝ ਵੀ ਸਾਧ ਸੰਗਤ ਵਿੱਚੋਂ ਹੀ ਆਉਂਦੀ ਹੈ। ਉਂਝ ਭਾਵੇਂ ਅਸੀਂ ਸਾਰੀ ਜ਼ਿੰਦਗੀ ਪੜ੍ਹਦੇ ਰਹੀਏ ਵਾਹਿਗੁਰੂ ਨਾਮ ਜਹਾਜ਼, ਅਸੀਂ ਕਿਸੇ ਜਹਾਜ਼ ਤੇ ਨਹੀਂ ਚੜ੍ਹਨ ਲੱਗੇ, ਕੁਛ ਨਹੀਂ ਬਣਨ ਵਾਲਾ। ਇਹ ਉਸ ਦਿਨ ਬਣੇਗਾ ਜਿਸ ਦਿਨ ਅਸੀਂ ਸਾਧ ਸੰਗਤ ਵਿੱਚ ਆ ਕੇ ਇਹ ਸਮਝ ਲਈ ਗੱਲ ਕਿ ਵਾਹਿਗੁਰੂ ਨਾਮ ਜਹਾਜ਼ ਕਿਸ ਤਰ੍ਹਾਂ ਹੈ, ਇਸ ਜਹਾਜ਼ ਉੱਤੇ ਚੜ੍ਹਨਾ ਕਿਵੇਂ ਆ, ਇਸ ਜਹਾਜ਼ ਦੀ ਸਵਾਰੀ ਕਿਵੇਂ ਕਰਨੀ ਹੈ। ਇਹ ਚੀਜ਼ਾਂ ਸਾਨੂੰ ਸਾਧ ਸੰਗਤ ਵਿੱਚ ਆਇਆਂ ਸਮਝ ਆ ਜਾਂਦੀਆਂ ਨੇ। ਜਿਵੇਂ ਜਿਵੇਂ ਚੀਜ਼ਾਂ ਸਮਝ ਆਉਣਗੀਆਂ ਤਿਵੇਂ ਤਿਵੇਂ ਅਸੀਂ ਗੁਰੂ ਦੇ ਨੇੜੇ ਹੋਵਾਂਗੇ, ਅਤੇ ਜਿਵੇਂ ਜਿਵੇਂ ਆਪਾਂ ਗੁਰੂ ਦੇ ਨੇੜੇ ਹੋਵਾਂਗੇ, ਫਿਰ ਜਿਸ ਤਰ੍ਹਾਂ ਪਾਰਸ ਦੇ ਨੇੜੇ ਹੋਇਆਂ ਲੋਹੇ ਵਿੱਚ ਪਾਰਸ ਵਾਲੇ ਗੁਣ ਆ ਜਾਂਦੇ ਨੇ, ਇਸ ਤਰ੍ਹਾਂ ਗੁਰੂ ਦੇ ਨੇੜੇ ਹੋਇਆਂ ਗੁਰੂ ਵਾਲੇ ਗੁਣ ਸਿੱਖ ਵਿੱਚ ਆ ਜਾਂਦੇ ਨੇ, ਅਤੇ ਸਿੱਖ ਦਾ ਜੀਵਨ ਬਾਕਮਾਲ ਦਾ ਜੀਵਨ ਬਣ ਜਾਂਦਾ ਹੈ, ਸੱਚਾ ਸੁੱਚਾ ਬਣ ਜਾਂਦਾ ਹੈ। ਸਿੱਖ ਧਰਮ ਦੀ ਕਿਰਤ ਕਰਨ ਲੱਗ ਪੈਂਦਾ ਹੈ। ਸਿੱਖ ਫਿਰ ਆਪਣੇ ਜੀਵਨ ਨੂੰ ਉਸ ਮੁਕਾਮ 'ਤੇ ਪਹੁੰਚਾ ਦਿੰਦਾ ਹੈ ਜਿਸ ਮੁਕਾਮ 'ਤੇ ਪਹੁੰਚਿਆ ਫਿਰ ਗੁਰੂ ਸਿੱਖ ਦਾ ਰਖਵਾਲਾ ਬਣ ਜਾਂਦਾ ਹੈ। ਸੋ ਆਪ ਸੰਗਤ ਨੇ ਅੱਜ ਦੀ ਵਿਚਾਰ ਨੂੰ ਬੜੇ ਪਿਆਰ ਨਾਲ ਬੈਠ ਕੇ ਸੁਣਿਆ। 31 ਜਨਵਰੀ ਨੂੰ ਗੁਰੂ ਹਰਿ ਰਾਏ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਸੀ। ਆਪ ਸਾਰੀ ਸੰਗਤ ਨੂੰ ਮੁਬਾਰਕ ਹੋਵੇ। ਮੇਰੇ ਪਾਸੋਂ ਵਿਚਾਰ ਕਰਦਿਆਂ ਹੋਈਆਂ ਭੁੱਲਾਂ ਦੀ ਖਿਮਾ ਪਿਆਰ ਨਾਲ ਆਖੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।